ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਕੌਰ ਲੈ ਕੇ ਹਾਜ਼ਰ ਹਾਂ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਾਂਗੇ ਉਹ ਹੈ ਕਿਸਾਨ ਅੰਦੋਲਨ 'ਚ ਫੁੱਟ ਪਾਉਣ ਦੀ ਕੋਸ਼ਿਸ਼ ਤੇ ਮਦਰਾਸ ਹਾਈ ਕੋਰਟ ਦਾ ਫੈਸਲਾ। ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ। ਹਮੀਰ ਸਰ, ਤੁਹਾਡਾ ਸਵਾਗਤ ਹੈ ਜੀ। शुक्रिया अमृत। ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਪਰ ਸਰਕਾਰ ਕਿਸਾਨਾਂ ਦੇ ਮੁੱਦੇ ਤੇ ਟਸ ਤੋਂ ਮਸ ਨਹੀਂ ਹੋ ਰਹੀ। ਇਸੇ ਦੌਰਾਨ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਕੁਝ ਲੋਕਾਂ ਵੱਲੋਂ ਸਰੇਆਮ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਸਾਨ ਅੰਦੋਲਨ ਨੂੰ ਦੋ ਫੇਰ ਕਰਨ ਦੀ ਇੱਕ ਵਾਰ ਫੇਰ ਕੋਸ਼ਿਸ਼ ਹੋ ਰਹੀ ਹੈ। ਸਰ, ਇਹ ਕੋਸ਼ਿਸ਼ ਕੀ ਹੈ, ਇਹਦੇ ਬਾਰੇ ਦੱਸੋ। ਵੈਸੇ ਤਾਂ ਅੰਮ੍ਰਿਤ ਲਗਾਤਾਰ ਅੱਜ 5 ਮਹੀਨੇ ਦਾ ਸਮਾਂ ਗੁਜ਼ਰ ਚੁੱਕਿਆ ਹੈ ਦਿੱਲੀ ਦੀਆਂ ਅਮਰੂਹਾਂ 'ਤੇ ਵੀ ਕਿਸਾਨ ਅੰਦੋਲਨ ਨੂੰ, ਔਰ ਬੜੇ ਲੰਬੇ ਸਮੇਂ ਤੋਂ ਸ਼ੁਰੂ ਤੋਂ ਵੀ ਇਹ ਕੋਸ਼ਿਸ਼ਾਂ ਰਹੀਆਂ ਕਿ ਅਲੱਗ-ਅਲੱਗ ਵਿਊ ਲਿਆ ਜਾਏ। ਕਿਸਾਨ ਅੰਦੋਲਨ ਹਾਲਾਂਕਿ 4 ਮੋਟੇ ਮੁੱਦਿਆਂ 'ਤੇ ਸੀ। 3 ਜਿਹੜੇ ਖੇਤੀ ਦੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਾਉਣਾ, ਪਹਿਲਾਂ ਆਰਡੀਨੈਂਸ ਸੀ, ਬਾਅਦ 'ਚ ਕਾਨੂੰਨ ਬਣੇ। ਦੂਜਾ ਇੱਕ ਇਸ਼ੂ ਸੀਗਾ ਉਹਦੇ 'ਚ ਕਿ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਫਸਲਾਂ ਦਾ ਉਹਦੀ ਕਾਨੂੰਨੀ ਗਰੰਟੀ। ਇਹ ਸਾਰੇ ਮਾਮਲੇ ਦੇ ਉੱਤੇ ਸ਼ੁਰੂ ਤੋਂ ਇੱਕ ਮੋਰਚਾ ਸੰਭੂ ਲੱਗ ਗਿਆ ਸੀਗਾ ਤੇ ਜਿਹੜੇ ਕਹਿੰਦੇ ਸੀ ਕਿ ਇਹ ਤੋਂ ਸਿਆਸਤ ਕੱਢਣੀ ਚਾਹੀਦੀ ਹੈ ਜਾਂ ਇਹਦੇ 'ਚੋਂ ਮਤਲਬ ਇੱਕ ਪਾਰਟੀ ਨਿਕਲੇ ਜਾਂ ਜਿਹੜੀ ਪੰਜਾਬ ਦਾ ਰਾਜ ਪ੍ਰਬੰਧ ਬਦਲੇ। ਕੋਈ ਵੀ ਮੇਰੇ ਖਿਆਲ ਤੇ ਇਹ ਨਹੀਂ ਕਹਿੰਦੀ ਕਿ ਪੰਜਾਬ ਦਾ ਰਾਜ ਪ੍ਰਬੰਧ ਨਾ ਬਦਲੇ ਜਾਂ ਇਸ ਰਾਜ ਪ੍ਰਬੰਧ ਤੋਂ ਕੋਈ ਸੰਤੁਸ਼ਟ ਸੀ ਜਾਂ ਨਹੀਂ, ਪਰ ਚੱਲਦੇ ਅੰਦੋਲਨ ਦੇ ਦੌਰਾਨ ਇੱਕ ਵੱਖਰੀ ਧਾਰਾ ਚਲਾ ਦੇਣੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਉਹ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਗੱਲ ਕਰ ਰਹੇ ਹੋ ਕਿ ਉਹ ਇੱਕ ਇਕੱਠਾ ਨਾ ਰਹੇ। ਇਹ ਅੰਦੋਲਨ 'ਚ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਨੇ, ਕੋਈ ਇੱਕ ਵਿਚਾਰਧਾਰਾ ਨਹੀਂ ਹੈ। ਇਹੀ ਇਹਦੀ ਬਹੁਤ ਜ਼ਿਆਦਾ ਮਜ਼ਬੂਤੀ ਦਾ ਆਧਾਰ ਸੀ ਕਿ ਇੱਕ ਤਾਂ ਇਹ ਸ਼ਾਂਤਮਈ ਹੈ, ਦੂਜਾ ਵੱਖ-ਵੱਖ ਵਿਚਾਰਾਂ ਦੇ ਬੰਦੇ ਜਿਹੜੇ ਨੇ ਉਹ ਇਸ ਅੰਦੋਲਨ ਦੇ ਵਿੱਚ ਹਿੱਸੇਦਾਰ ਸੀ। ਪਰ ਉਹ ਚਲਦੇ ਚਲਦੇ ਖਾਸ ਤੌਰ 'ਤੇ ਜਦੋਂ ਤੱਕ 26 ਜਨਵਰੀ ਆਈ, ਜਨਵਰੀ ਦੇ ਆਉਂਦੇ ਤੱਕ ਜਨਵਰੀ 'ਚ ਇਹ ਦਫਾੜ ਹੁੰਦਾ ਇੱਕ ਟਾਈਪ ਦਾ ਵਿਚਾਰਧਾਰਾ ਦੇ ਤੌਰ 'ਤੇ ਦੇਖਿਆ। ਉਹਦੇ 'ਚ ਇਹ ਲੱਗਿਆ ਕਿ ਸਿੱਖ ਬਨਾਮ ਕਾਮਰੇਡ, ਇਹ ਵੀ ਇੱਕ ਬਿਰਤਾਂਤ ਸਿਰਜਿਆ ਗਿਆ। ਇਹ ਵੀ ਬਿਰਤਾਂਤ ਸਿਰਜਿਆ ਗਿਆ ਕਿ ਨੌਜਵਾਨ ਅਲੱਗ ਨੇ, ਕਿਸਾਨ ਆਗੂ ਅਲੱਗ ਨੇ। ਅਤੇ ਹੁਣ ਪਿਛਲੇ ਦਿਨਾਂ ਦੇ ਵਿੱਚੋਂ ਕੁਝ ਗੱਲਾਂ ਹੋਰ ਵਾਪਰਨ ਲੱਗ ਗਈਆਂ। ਕੁਝ ਗੱਲਾਂ ਇਹ ਵਾਪਰਨ ਲੱਗ ਗਈਆਂ ਕਿ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਇੱਕ ਗਰੁੱਪ ਨੇ ਘੇਰਿਆ ਅਤੇ ਜਿਹੜਾ ਕਹਿ ਰਿਹਾ ਸੀ ਤੁਸੀਂ ਦੀਪ ਸਿੱਧੂ ਨਾਲ ਪਹਿਲਾਂ ਸੀ, ਹੁਣ ਕਿਉਂ ਹਟ ਗਏ, ਫਲਾਨਾ ਸੀ ਉੱਥੇ। ਅਤੇ ਉਦੋਂ ਬਾਅਦ ਇੱਕ ਹੁਣ ਨਵਾਂ ਹੋਰ ਹੋ ਗਿਆ ਜੇ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਜਾ ਰਹੇ ਜਿਹੜੇ BKU ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਘਿਰਾਓ ਕੀਤਾ। ਘਿਰਾਓ ਨਾ ਵੀ ਕਹੀਏ, ਮਤਲਬ ਉਹਨਾਂ ਨੂੰ ਰੋਕ ਕੇ ਇਹ ਕੋਸ਼ਿਸ਼ ਕੀਤੀ ਦਬਾਅ ਪਾਉਣ ਦੀ ਕਿ ਤੁਸੀਂ ਪਾਰਲੀਮੈਂਟ ਦੇ ਵੱਲ ਜਾਣ ਦੇ ਲਈ ਡੇਟ ਦੱਸ ਕੇ ਜਾਓ ਕਿ ਪਾਰਲੀਮੈਂਟ ਦੇ ਵਿੱਚ ਕਿਵੇਂ ਹੈ। ਹੁਣ ਉੱਧਰ ਤੋਂ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਕ ਭਾਸ਼ਣ ਦੇਤਾ ਕਿ ਇਹ ਲੋਕ ਹੁਣ ਸਾਨੂੰ ਸਿਖਾਉਣਗੇ, ਇਹ ਐਂ ਕਰਨਗੇ, ਜਾਂ ਇਹਨਾਂ ਨੂੰ ਨਹੀਂ ਪਤਾ ਇਹ ਉਸ ਦਿਨ ਆਉਂਦੇ ਨੇ ਜਿਹੜੇ ਦਿਨ ਕੋਈ ਫੰਕਸ਼ਨ ਹੁੰਦਾ ਹੈ, ਬਾਕੀ ਦਿਨ ਤਾਂ ਕਿਸਾਨ ਬੈਠਦੇ ਨੇ। ਅਤੇ ਦੂਜੇ ਪਾਸੇ ਇੱਕ ਹੋਰ ਬੰਦੇ ਨੇ ਲਾਈਵ ਟੈਲੀਕਾਸਟ ਕਰਤਾ ਕਿ ਅਸੀਂ ਉਹਨਾਂ ਦਾ ਐਂ ਕਰਦੇ ਰਹੇ, ਅਸੀਂ ਉਹਨਾਂ ਦੀ ਸਪੋਰਟ ਕਰਦੇ ਰਹੇ, ਉਹ ਸਾਡੇ ਖਿਲਾਫ ਨੇ। ਮਤਲਬ ਜਿਹੜੀ ਖਿਲਾਫਤ ਵਾਲਾ ਇੱਕ ਸਿਸਟਮ ਚੱਲ ਪਿਆ ਕਿ ਉਹ ਕੋਈ ਹੋਰ ਨੇ। ਔਰ ਮੈਂ ਲੱਖੇ ਸਿਧਾਣੇ ਦਾ ਹੁਣੇ ਇੱਕ ਵੀਡੀਓ ਸੁਣ ਰਿਹਾ ਸੀ ਕੱਲ੍ਹ, ਉਹ ਜਦੋਂ ਦੁਬਾਰਾ ਗਿਆ ਅਤੇ ਉਹ ਵੀਡੀਓ ਦੇ ਵਿੱਚ ਕਹਿ ਰਿਹਾ ਕਿ ਅੰਦੋਲਨ ਤਾਂ ਮੈਂ ਖੜਾ ਕਰ ਦੂੰਗਾ, ਲੋਕਾਂ ਨੂੰ ਤਾਂ ਮੈਂ ਲਾਮਬੰਦ ਕਰ ਦੂੰਗਾ। ਮਤਲਬ ਮੈਂ ਕੌਣ? ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜੀ ਇਹ ਮੈਂ ਵਾਲੀ ਗੱਲ ਹੁੰਦੀ ਹੈ, ਜਿਹੜੀ ਆਪਣਾ ਇਕੱਲੇ ਬੰਦੇ ਨੂੰ ਉਭਾਰਨ ਵਾਲੀ ਗੱਲ ਹੁੰਦੀ ਹੈ, ਇਹ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਕੋਈ ਨਾ ਕੋਈ ਗੜਬੜ ਪੈਦਾ ਕਰਦੀ ਹੈ। ਇੱਕ ਲੀਡਰਸ਼ਿਪ ਪੰਜਾਬ ਦੀਆਂ 32 ਜਥੇਬੰਦੀਆਂ, ਉਦੋਂ ਬਾਅਦ ਦੇਸ਼ ਦੀਆਂ 500 ਜਥੇਬੰਦੀਆਂ, ਜਿਹਦੇ ਆਧਾਰ 'ਤੇ 9 ਮੈਂਬਰੀ ਇੱਕ ਸੰਯੁਕਤ ਮੋਰਚਾ ਦੀ ਟੀਮ ਹੈ ਜਿਹੜੀ ਫੈਸਲੇ ਲੈਂਦੀ ਹੈ। ਤੁਹਾਨੂੰ ਇਹ ਹੱਕ ਹੈ ਆਪਣੀ ਰਾਏ ਰੱਖਣ ਦਾ, ਪਰ ਤੁਹਾਨੂੰ ਰਾਏ ਜ਼ਬਰਦਸਤੀ ਮਨਾਉਣ ਦਾ ਜਾਂ ਕਿਸੇ ਨੂੰ ਘੇਰ ਕੇ ਉਹਨੂੰ ਫੋਰਸ ਕਰਨ ਦਾ ਕਿ ਤੂੰ ਇਹੀ ਦੱਸ ਜਾਂ ਐਂ ਨਾ ਕਰ, ਐਂ ਨਾ ਕਰ। ਇਹਦਾ ਮਤਲਬ ਇਹ ਹੋ ਜਾਂਦਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ, ਤੁਹਾਡੀ ਜ਼ਿਆਦਾ ਚੱਲਣੀ ਚਾਹੀਦੀ ਹੈ। ਲੀਡਰ ਚਾਹੇ ਕੋਈ ਵੀ ਹੋਵੇ, ਚੱਲੇ ਤੁਹਾਡੀ ਲੀਡਰਸ਼ਿਪ ਨੂੰ। ਇਹ ਠੀਕ ਹੈ ਕਿ ਪਹਿਲਾਂ ਤਾਂ ਆਪਣੀ ਏਕਤਾ ਬਰਕਰਾਰ ਰੱਖਣੀ ਅਤੇ ਦੂਜੀ ਇਹ ਕਿ ਇੱਕ ਸੰਵਾਦ ਰਚਾਉਣਾ ਸਾਰੀਆਂ ਧਿਰਾਂ ਦੇ ਨਾਲ, ਅਤੇ ਉਸ ਸੰਵਾਦ ਦੇ ਵਿੱਚੋਂ ਆਪਣੀ ਮੈਚੋਰਿਟੀ ਦੇ ਨਾਲ ਆਪਣੇ ਤਰੀਕੇ ਨਾਲ ਫੈਸਲੇ ਲੈਣਾ। ਔਰ ਅੱਜ ਤੱਕ ਇਹ ਵੀ ਕਿੱਥੇ ਲਿਖਿਆ ਕਿ ਜੇ ਹੁਣ ਇੱਕ ਲੀਡਰਸ਼ਿਪ ਨੇ ਪਹਿਲਾਂ ਇੱਕ ਐਲਾਨ ਕਰਤਾ ਕਿ ਆਪਾਂ ਸੰਸਦ ਵੱਲ ਚੱਲਾਂਗੇ, ਹੁਣ ਇੱਕ ਵਿਸ਼ੇਸ਼ ਹਾਲਾਤ ਇਹ ਪੈਦਾ ਹੋ ਗਿਆ ਕਰੋਨਾ ਵਾਲੇ ਕਿ ਜੀ ਦਿੱਲੀ 'ਚ ਲਾਕਡਾਊਨ ਹੈ, ਬਾਕੀ ਉਹਨੇ ਇਹ ਫੈਸਲਾ ਪੈਂਡਿੰਗ ਕਰਤਾ। ਇਸ ਫੈਸਲੇ ਨੂੰ ਇਹ ਐਲਾਨੀ ਜਾਣਾ ਲਗਾਤਾਰ ਕਿ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਇਹ ਕਮਜ਼ੋਰ ਨੇ, ਇਹ ਫੈਸਲਾ ਨਹੀਂ ਲੈ ਸਕਦੇ, ਤਾਂ ਇਹ ਕੀ ਕਿਹਾ ਜਾਏਗਾ ਇਹਨੂੰ? ਇਹਦਾ ਮਤਲਬ ਇਹ ਹੈ ਕਿ ਤੁਹਾਡੀ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਕੋਈ ਐਸੀ ਗੱਲ ਹੈ ਜਿਹੜੀ ਅੰਦੋਲਨ ਜਿਹੜੀਆਂ ਗੱਲਾਂ 'ਤੇ ਖੜ੍ਹਾ ਹੈ ਉਹਦੇ ਤੋਂ ਹਟ ਕੇ ਕੋਈ ਨਵਾਂ ਏਜੰਡਾ ਲਾਗੂ ਕਰਨਾ ਚਾਹੁੰਦਾ। ਨਵਾਂ ਏਜੰਡਾ ਲਾਗੂ ਕਰਨਾ ਚਾਹੁੰਦੇ ਹੋ ਤਾਂ ਆਪਣੇ ਬੈਨਰ ਹੇਠ ਕਰੋ, ਆਪਣੇ ਜਥੇਬੰਦੀ ਦੇ ਮੁਤਾਬਕ ਕਰੋ, ਅਤੇ ਅਲੱਗ ਜਦੋਂ ਕੋਈ ਅੰਦੋਲਨ ਚੱਲੇਗਾ ਤੁਹਾਡੇ ਮੁਤਾਬਕ ਤਾਂ ਉਹਨੂੰ ਨਵੇਂ ਏਜੰਡੇ ਦਾ ਰੂਪ ਦੇ ਲੈਣਾ। ਹਾਲਾਂਕਿ ਇਹ ਅੰਦੋਲਨ ਵੀ ਸਿਆਸੀ ਤੌਰ 'ਤੇ ਪ੍ਰਭਾਵ ਛੱਡ ਰਿਹਾ ਹੈ।
ਬੀਜੇਪੀ ਬੜੇ ਵੱਡੇ ਪੱਧਰ ਤੇ ਦਬਾਅ ਹੇਠ ਹੈ। ਹਰਿਆਣੇ ਦੇ ਵਿੱਚ ਉਹ ਫੰਕਸ਼ਨ ਨਹੀਂ ਕਰ ਰਹੇ ਆਪਣੀ ਸਰਕਾਰ ਹੋਣ ਦੇ ਬਾਵਜੂਦ, ਪੰਜਾਬ ਦੇ ਵਿੱਚ ਉਹਨਾਂ ਦਾ ਘਰਾਓ ਹੋ ਰਿਹਾ ਹੈ, ਦੂਜੀਆਂ ਚੋਣਾਂ ਦੇ ਵਿੱਚ ਵੀ ਉਹ ਦਬਾਅ ਹੇਠ ਹੈ। ਇੱਕ ਤਾਂ ਇਹਦਾ ਪੋਲੀਟੀਕਲ ਅਸਰ ਹੈ, ਦੂਜਾ ਉਹਨਾਂ ਹੀ ਕਾਨੂੰਨਾਂ ਨੂੰ ਕਿਸਾਨ ਆਗੂ ਇਹ ਸਾਬਤ ਕਰ ਚੁੱਕੇ ਨੇ ਕਿ ਫੈਡਰਲਿਜ਼ਮ ਦਾ ਮਤਲਬ ਸੱਤਿਆਨਾਸ਼ ਕਰਨ ਵਾਲਾ ਹੈ, ਫੈਡਰਲਿਜ਼ਮ ਦੇ ਖਿਲਾਫ ਹੈ, ਇਸ ਕਰਕੇ ਇਹ ਕਾਨੂੰਨ ਅਸੀਂ ਨਹੀਂ ਮੰਨ ਰਹੇ। ਫੈਡਰਲਿਜ਼ਮ ਦਾ ਸਵਾਲ ਵੀ ਪੋਲੀਟੀਕਲ ਸਵਾਲ ਹੈ ਜੇਕਰ ਆਪਾਂ ਦੇਖਿਆ ਜਾਏ। ਤੇ ਤੀਜਾ ਉਹ ਕਹਿ ਰਹੇ ਨੇ ਕਿ ਕਾਰਪੋਰੇਟ ਦੀ ਵਿਚਾਰਧਾਰਾ ਹੈ ਜਿਹੜੀ ਖੇਤੀ ਦੇ ਮਾਡਲ ਨੂੰ ਬਿਲਕੁਲ ਰੱਦ ਕਰਨਾ ਚਾਹੁੰਦੀ ਹੈ ਤੇ ਇਸ ਲਈ ਕਾਰਪੋਰੇਟ ਦੇ ਵੀ ਖਿਲਾਫ ਹੈ। ਜਿਹੜੀਆਂ ਧਿਰਾਂ ਇਹ ਕਰਨਾ ਚਾਹੁੰਦੀਆਂ ਨੇ ਕਿ ਤੁਸੀਂ ਵੱਡੇ ਆਗੂ ਆ, ਸਾਨੂੰ ਜ਼ਿਆਦਾ ਸਮਝ ਹੈ, ਉਹਦੇ ਕੋਲ ਕੀ ਵੱਖਰਾਪਣ ਹੈ, ਉਹਦੇ ਕੋਲ ਕੀ ਅਲਟਰਨੇਟਿਵ ਹੈ, ਜਾਂ ਤਾਂ ਉਹ ਤੁਹਾਨੂੰ ਦੇਣਾ ਪਏਗਾ। ਹੁਣ ਵੀ ਅਸਲ ਦੇ ਵਿੱਚ ਇਹ ਜੇ ਹੋਂਦ ਦੀ ਲੜਾਈ ਹੈ, ਪੰਜਾਬ ਦੀ ਹੋਂਦ ਦੀ ਲੜਾਈ ਹੈ। ਬਾਕੀ ਇੱਕ ਤਾਂ ਭਾਸ਼ਾ ਤੇ ਸੰਜਮ, 26 ਜਨਵਰੀ ਤੋਂ ਤੁਰੰਤ ਬਾਅਦ ਵੀ ਦੋਨੇ ਧਿਰਾਂ ਵੱਲੋਂ ਵੀ ਕੁਝ ਨਾ ਕੁਝ ਸੰਜਮ ਵਿਗੜਿਆ ਸੀ ਤੇ ਹੁਣ ਵੀ ਭਾਸ਼ਾ ਤੇ ਸੰਜਮ ਰੱਖਣਾ, ਸਬਰ ਸੰਤੋਖ ਰੱਖਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜੇਕਰ ਉਹ ਉਸ ਪੱਧਰ ਤੇ ਨਹੀਂ ਰਹੂਗਾ ਤਾਂ ਵਿਗਾੜ ਪੈਦਾ ਹੁੰਦਾ ਹੈ, ਤਾਂ ਫੁੱਟ ਪੈਦਾ ਹੁੰਦੀ ਹੈ। ਫੁੱਟ ਹਮੇਸ਼ਾ ਹੀ ਅੰਦੋਲਨਾਂ ਨੂੰ ਕਮਜ਼ੋਰ ਕਰਦੀ ਹੈ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਜਿਹੜੇ ਵੀ ਸੱਜਣ ਕਿਸੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਸਮੂਹਿਕ ਹਿੱਤਾਂ ਨੂੰ ਉੱਪਰ ਰੱਖਣਾ ਚਾਹੀਦਾ, ਆਪਣੇ ਇੰਡੀਵਿਜੂਅਲ ਹਿੱਤਾਂ ਨੂੰ ਛੱਡ ਕੇ। ਸਰ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ 30 ਅਪ੍ਰੈਲ ਨੂੰ ਕਿਸਾਨ ਸੰਸਦ ਦਾ ਘਿਰਾਓ ਕਰਨਗੇ, ਇਸ ਖਬਰ 'ਚ ਕਿੰਨੀ ਕੁ ਸੱਚਾਈ ਹੈ? ਹਾਂ, ਇੱਕ ਜਿਹੜੇ ਸੰਸਦ ਦੇ ਘਿਰਾਓ ਤੋਂ ਬਾਅਦ ਹੀ ਕੁਝ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦਿੱਤੀਆਂ ਗਈਆਂ ਵੀ ਜੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਹਿਤਾ ਕਿ ਅਸੀਂ ਸੰਸਦ ਦਾ ਘਿਰਾਓ ਫਿਲਹਾਲ ਨਹੀਂ ਕਰਾਂਗੇ, ਅਸੀਂ ਸੱਦਾ ਨਹੀਂ ਦਿੱਤਾ, ਤੁਸੀਂ ਉਹਨਾਂ ਨੂੰ ਕਹਿਣ ਦੀ ਬਜਾਏ ਤੁਸੀਂ ਆਪ ਆਪਣੇ ਪੱਧਰ ਤੇ ਕਰ ਲਓ। ਫਿਰ ਜਿਹੜਾ ਬੰਦਾ ਇਹ ਕਹਿੰਦਾ ਕਿ ਜ਼ਰੂਰ ਹੋਣਾ ਚਾਹੀਦਾ ਉਹ ਆਪਣੇ ਪੱਧਰ ਤੇ ਕਰ ਲੇ। ਤੇ ਮੇਰਾ ਖਿਆਲ ਹੈ ਕਿ ਉਹ ਪਿਛਲੇ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਸੀ ਤੇ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਪੰਜਾਬ ਵਾਲੀਆਂ ਦੀ ਸੀ, ਇਹਦੇ 'ਚ ਕਲੀਅਰ ਕੱਟ ਹੋਇਆ ਕਿ ਫੈਸਲਾ ਉਹ ਹੋਊਗਾ ਜੋ ਸਾਂਝੇ ਸਮੂਹਿਕ ਤਰੀਕੇ ਨਾਲ ਲਿਆ ਜਾਏਗਾ। ਕੋਈ ਵੀ ਜਥੇਬੰਦੀ ਜਿਹੜੀ ਕੱਲੀ ਆਪਣੇ ਢੰਗ ਨਾਲ ਫੈਸਲਾ ਕਰੂਗੀ ਜਾਂ ਬਿਆਨਬਾਜ਼ੀ ਕਰੂਗੀ, ਉਹਦੇ ਖਿਲਾਫ ਕਾਰਵਾਈ ਹੋਏਗੀ ਤੇ ਉਹਨੂੰ ਉਹਨਾਂ ਜਥੇਬੰਦੀਆਂ ਤੋਂ ਕੱਢਿਆ ਜਾ ਸਕਦਾ। ਤੇ ਇਹ ਜਿਹੜੀ ਸੋਸ਼ਲ ਮੀਡੀਆ ਤੇ ਚਲਾਈ ਹੈ, ਫੇਸਬੁੱਕ WhatsApp ਤੇ ਚੱਲ ਰਹੀ ਹੈ ਕਿ 30 ਅਪ੍ਰੈਲ ਨੂੰ ਚਲੋ ਸੰਸਦ ਵੱਲ, ਤੇ ਉਹਦੇ 'ਚ ਜਿਹੜੇ ਨੰਬਰ ਦਿੱਤੇ ਹੋਏ ਸੀ ਇੰਡੀਵਿਜੂਅਲ ਨੰਬਰ ਸੀ, ਲੱਖੇ ਸਿਧਾਣੇ ਤੋਂ ਦੇ ਨਾਲ ਦੇ ਬੰਦੇ, ਕਿਸੇ ਹੋਰ ਦਾ, SFS ਦਾ ਜਿਹੜਾ ਸਟੂਡੈਂਟ ਫੈਡਰੇਸ਼ਨ ਸਟੂਡੈਂਟ ਫਾਰ ਸੁਸਾਇਟੀ ਦਾ, ਤੇ ਇੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ। ਪਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਤਾਂ ਇਹ ਦੇਤਾ ਕਿ ਸਾਡਾ ਨਹੀਂ ਹੈ, ਫੇਕ ID ਤੋਂ ਆਇਆ, ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ, ਸਾਡਾ ਕੋਈ ਏਜੰਡਾ ਨਹੀਂ। ਹੁਣ ਉਹ ਦੂਜੇ ਦੋ ਨਾਮ ਵਾਲਿਆਂ ਦਾ ਅਜੇ ਨਹੀਂ ਆਇਆ, ਕਿਹਨੇ ਕੀਤਾ। ਇਹਦਾ ਮਤਲਬ ਇਹ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਹੋ ਰਹੀ ਹੈ। ਜੇਕਰ ਨਹੀਂ ਕੋਈ ਠੀਕ ਗੱਲ ਕਰ ਰਿਹਾ ਤਾਂ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹ ਕਿਹੜੀਆਂ ਧਿਰਾਂ ਨੇ, ਉਹ ਕਿਹੜੇ ਬੰਦੇ ਨੇ ਫੇਕ ਜਿਹੜੀਆਂ ਚੀਜ਼ਾਂ ਪਾ ਕੇ ਰਿਊਮਰ ਫੈਲਾ ਰਹੇ ਨੇ, ਅਫਵਾਹ ਫੈਲਾ ਰਹੇ ਨੇ, ਤੇ ਉਹ ਅਫਵਾਹਾਂ ਨੂੰ ਰੋਕਣ ਦਾ ਸਵਾਲ ਹੈ। ਇਹਦੇ ਨਾਲ ਆਮ ਬੰਦੇ 'ਚ ਤਾਂ ਉਲਝਣ ਪੈਦਾ ਹੋ ਹੀ ਰਹੀ ਹੈ ਨਾ, ਕੌਣ ਕੀ ਕਰ ਰਿਹਾ, ਕੌਣ ਨਹੀਂ ਕੀ ਕਰ ਰਿਹਾ। ਔਰ ਦੂਜੀ ਗੱਲ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਆਪਣੇ ਪੱਧਰ ਦੇ ਉੱਤੇ ਕਾਫੀ ਜ਼ਿਆਦਾ ਇਸ ਵਰਤਾਂਤ ਨੂੰ ਲੋਕਾਂ ਸਾਹਮਣੇ ਯਕੀਨ ਦਿਵਾਉਣਾ ਪਏਗਾ ਕਿ ਸਖਤ ਐਕਸ਼ਨ ਦਾ ਜਿਹੜਾ ਸੱਦਾ ਦਿੰਦੇ ਨੇ ਨਾ, ਕਦੇ ਟਰੈਕਟਰ ਮਾਰਚ ਅੱਗੇ ਲਾਲ ਕਿਲੇ ਨੂੰ ਲੈ ਜਾਓ, ਕਦੇ ਸੰਸਦ ਦਾ ਘਿਰਾਓ ਕਰੋ, ਸੰਸਦ ਇਹ ਘੇਰ ਲਓ, ਫਿਰ ਸਾਰਾ ਕੁਝ ਠੀਕ ਹੋ ਜੂ। ਇਹਦੀ ਬਜਾਏ 5 ਮਹੀਨੇ ਜਾਂ ਲੰਮਾ ਸਮਾਂ ਦਿੱਲੀ ਦੇ ਬਾਰਡਰਾਂ ਤੇ ਬੈਠਣਾ ਸ਼ਾਂਤਮਈ ਤਰੀਕੇ ਨਾਲ, ਪਹਿਲਾਂ ਕੜਕਦੀ ਠੰਡ ਦੇ ਵਿੱਚ, ਹੁਣ ਗਰਮੀ ਦੇ ਵਿੱਚ, ਇਹ ਛੋਟਾ ਐਕਸ਼ਨ ਨਹੀਂ ਹੈ, ਇਹ ਸਭ ਤੋਂ ਵੱਡਾ ਐਕਸ਼ਨ ਹੈ। ਇਹ ਸਬਰ, ਸੰਜਮ ਤੇ ਸੰਤੋਖ ਦਾ ਸਵਾਲ ਹੈ। ਜੋ ਤੁਸੀਂ ਉਹ ਲਿਖਿਆ ਉਹਦੇ ਲਈ ਐਡਾ ਵੱਡੇ ਪੱਧਰ ਤੇ ਬੈਠੇ ਹੋ, ਤੇ ਮੇਰਾ ਖਿਆਲ ਹੈ ਸਰਕਾਰਾਂ ਵੀ ਤੁਹਾਡਾ ਸਬਰ ਹੀ ਪਰਖ ਰਹੀਆਂ ਨੇ। ਜੇ ਤੁਸੀਂ ਬੇਸਬਰੇ ਹੋ ਜਾਂਦੇ ਹੋ, ਬੇਚੈਨ ਹੋ ਜਾਂਦੇ ਹੋ, ਐ ਨਹੀਂ ਹੁੰਦਾ, ਤਾਂ ਇਹਦਾ ਮਤਲਬ ਤੁਸੀਂ ਕਮਜ਼ੋਰੀ ਦਿਖਾ ਰਹੇ ਹੋ। ਤੇ ਜੇ ਸਬਰ ਦੇ ਨਾਲ ਉਦੋਂ ਵੱਡੇ ਇਕੱਠ ਦਿਖਾਉਂਦੇ ਹੋ ਤੇ ਉਦੋਂ ਵੱਡੇ ਤਰੀਕੇ ਨਾਲ ਬੈਠਦੇ ਹੋ ਤੇ ਤੁਸੀਂ ਚੈਲੰਜ ਕਰਦੇ ਹੋ ਕਿ ਜਿੰਨਾ ਚਿਰ ਮਰਜ਼ੀ ਬਿਠਾਓ ਅਸੀਂ ਬੈਠਾਂਗੇ ਇਸ ਮਾਮਲੇ ਦੇ ਵਿੱਚ, ਇਹ ਵਰਤਾਂਤ ਸਿਰਜਣਾ ਕਿ ਕਿੰਨਾ ਮਹੱਤਵਪੂਰਨ ਹੁੰਦਾ ਹੈ, ਕਿੰਨੀ ਲੰਮੀ ਲੜਾਈ ਦਾ ਦਮ ਤੁਹਾਡੇ ਦੇ ਵਿੱਚ ਹੁੰਦਾ ਹੈ, ਇਹ ਦਿਖਾਉਣਾ ਇਹ ਸਭ ਤੋਂ ਮਹੱਤਵਪੂਰਨ ਹੈ ਮੇਰਾ ਖਿਆਲ ਹੈ। ਇਸ ਵਰਤਾਂਤ ਨੂੰ ਲੌਜੀਕਲ ਤਰੀਕੇ ਨਾਲ, ਬਾਦਲੀਲ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਲੋਕਾਂ ਦੇ ਅੰਦਰ ਲੈ ਕੇ ਜਾਣਾ ਚਾਹੀਦਾ। ਸਰ, ਮਦਰਾਸ ਹਾਈ ਕੋਰਟ ਨੇ ਅੱਜ ਚੋਣ ਕਮਿਸ਼ਨ ਬਾਰੇ ਸਖਤ ਟਿੱਪਣੀ ਕੀਤੀ ਹੈ, ਇਹ ਟਿੱਪਣੀ ਕੀ ਹੈ? ਅੱਜ ਬੜੇ ਦੇਰ ਦਾ ਇਹ ਰੌਲਾ ਪੈ ਰਿਹਾ ਵੈਸੇ ਤਾਂ ਕਿ ਕਰੋਨਾ ਜੇਕਰ ਵੱਧਦਾ ਜਾ ਰਿਹਾ, ਫਰਵਰੀ ਤੋਂ ਪਤਾ ਲੱਗ ਗਿਆ ਸੀ, ਤਾਂ ਵੱਡੀਆਂ ਰੈਲੀਆਂ ਕਿਉਂ ਹੋ ਰਹੀਆਂ ਨੇ ਪੋਲੀਟੀਕਲ ਫੀਲਡ ਦੇ ਵਿੱਚ? 5 ਰਾਜਾਂ ਦੀਆਂ ਚੋਣਾਂ ਦੇ ਵਾਸਤੇ ਰੈਲੀਆਂ ਹੋਈਆਂ, ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲਾ, ਪੁਡੂਚੇਰੀ, ਤੇ ਉਹ ਸਾਰੀਆਂ ਗੱਲਾਂ ਤੇ ਕਈ ਪਾਰਟੀਆਂ ਇਤਰਾਜ਼ ਵੀ ਉਠਾਉਂਦੀਆਂ ਰਹੀਆਂ ਇਲੈਕਸ਼ਨ ਕਮਿਸ਼ਨ ਤੇ। ਖਾਸ ਤੌਰ ਤੇ ਤ੍ਰਿਣਮੂਲ ਕਾਂਗਰਸ ਜਿਹੜੀ ਮਮਤਾ ਬੈਨਰਜੀ ਦੀ ਸੀ, ਉਹਨੇ ਇਲੈਕਸ਼ਨ ਕਮਿਸ਼ਨ ਤੇ ਉਸ ਤੋਂ ਸ਼ੁਰੂ ਤੋਂ ਸਵਾਲ ਉਠਾਇਆ ਕਿ ਤੁਸੀਂ ਆਪਣਾ ਕੰਮ ਨਹੀਂ ਕਰ ਰਹੇ।
ਤੁਸੀਂ ਪਾਬੰਦੀਆਂ ਲਾਓ। ਪਰ ਅੱਜ ਮਦਰਾਸ ਹਾਈ ਕੋਰਟ ਦਾ ਜਿਹੜੀਆਂ ਟਿੱਪਣੀਆਂ ਨੇ ਉਹ ਬਹੁਤ ਸਖਤ ਨੇ। ਮੇਰਾ ਤਾਂ ਖਿਆਲ ਹੈ ਸੰਵਿਧਾਨਕ ਅਹੁਦੇ ਤੇ ਰਹਿਣ ਵਾਲੇ ਬੰਦੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੇਕਰ ਇਹੋ ਜਿਹੀ ਟਿੱਪਣੀ ਕਿਸੇ ਉਸ ਬੰਦੇ ਤੇ ਖਿਲਾਫ ਹੋ ਜਾਏ ਜਿਹੜਾ ਥੋੜਾ ਬਹੁਤ ਵੀ ਕਦਰਾਂ ਕੀਮਤਾਂ ਦਾ ਧਾਰਨੀ ਹੈ। ਮਦਰਾਸ ਹਾਈ ਕੋਰਟ ਨੇ ਇਹ ਕਿਹਾ ਹੈ ਕਿ ਜਿਹੜਾ ਇਹ ਕਰੋਨਾ ਦਾ ਬੜੇ ਵੱਡੇ ਪੱਧਰ ਤੇ ਪਸਾਰਾ ਹੋਇਆ ਹੈ, ਇਹਦੇ 'ਚ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਜ਼ਿੰਮੇਵਾਰ ਨੇ। ਉਹਨਾਂ ਤੇ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਕਤਲ ਦਾ ਮੁਕੱਦਮਾ, ਕਿਉਂਕਿ ਤੁਸੀਂ ਸੰਵਿਧਾਨਕ ਜ਼ਿੰਮੇਵਾਰੀ ਤੁਹਾਡੇ ਕੋਲ ਹੈ, ਅਥਾਰਟੀ ਹੈ, ਉਹਦਾ ਤੁਸੀਂ ਵਰਤੋਂ ਨਹੀਂ ਕਰ ਰਹੇ। ਤੁਸੀਂ ਲੀਡਰਾਂ ਦੇ ਸਾਹਮਣੇ ਮਤਲਬ ਨਤਮਸਤਕ ਹੋ ਗਏ ਤੇ ਉਹ ਰੈਲੀਆਂ ਨੂੰ ਇਜਾਜ਼ਤ ਦਿੱਤੀ। ਬਾਵਜੂਦ ਕੋਰਟ ਇਹ ਕਹਿੰਦੀ ਰਹੀ ਕਿ ਦੇਖੋ ਐ ਨਾ ਹੋ ਜੇ। ਅਦਾਲਤ ਨੇ ਇੱਥੋਂ ਤੱਕ ਵੀ ਕਹਿਤਾ ਕਿ ਜੇ ਇਹੀ ਹਾਰ ਰਿਹਾ ਤਾਂ 2 ਮਈ ਨੂੰ ਜਿਹੜੀ ਵੋਟਾਂ ਦੀ ਗਿਣਤੀ ਹੋਣੀ ਆ ਅਸੀਂ ਉਹਨੂੰ ਵੀ ਰੱਦ ਕਰ ਦਾਂਗੇ। ਕੋਈ ਜ਼ਰੂਰੀ ਨਹੀਂ ਉਹ ਹੋਵੇ, ਕਿਉਂਕਿ ਮਨੁੱਖ ਦਾ ਜਿੰਦਾ ਰਹਿਣਾ ਦੂਜੀਆਂ ਚੀਜ਼ਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਔਰ ਇਹ ਜਿਹੜੀ ਉਹਦੀ ਟਿੱਪਣੀ ਹੈ ਇਸ ਪੱਧਰ ਤੇ, ਮੈਨੂੰ ਤਾਂ ਲੱਗਦਾ ਕਿ ਇਹ ਅਜੇ ਸੀਮਤ ਕੋਰਟ ਨੇ ਰੱਖੀ ਹੈ ਇਲੈਕਸ਼ਨ ਕਮਿਸ਼ਨ ਦੇ ਤੱਕ। ਪਰ ਇਹਦੇ 'ਚ ਤਾਂ ਫਿਰ ਜਿਹੜੇ ਵੱਡੀਆਂ ਦੂਜੀਆਂ ਪੋਸਟਾਂ ਤੇ ਨੇ, ਕੋਈ ਪ੍ਰਧਾਨ ਮੰਤਰੀ ਹੋਵੇ, ਕੋਈ ਦੇਸ਼ ਦਾ ਗ੍ਰਹਿ ਮੰਤਰੀ ਹੋਵੇ, ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ, ਜੇ ਉਹ ਵੀ ਜਾ ਕੇ ਲੋਕਾਂ ਦੇ ਵਿੱਚ ਐਂ ਕਰਦੇ ਰਹੇ, ਇਹੀ ਟਿੱਪਣੀ ਦਾ ਅਸਰ ਉਹਦੇ ਤੇ ਵੀ ਲਾਗੂ ਹੁੰਦਾ ਸਾਰੀਆਂ ਚੀਜ਼ਾਂ ਤੇ। ਔਰ ਜਿਹੜੇ ਬੰਦਿਆਂ ਨੇ ਲਗਾਤਾਰ ਹੁਣ ਤੱਕ ਮਤਲਬ ਲੱਖਾਂ ਦੀਆਂ ਰੈਲੀਆਂ ਕੀਤੀਆਂ ਨੇ ਔਰ ਲੱਖਾਂ ਦੀਆਂ ਰੈਲੀਆਂ ਕਰਕੇ ਉਹਨੂੰ ਸਪਰੈਡ ਕੀਤਾ, ਫਿਰ ਤੁਸੀਂ ਤਿਆਰੀ ਕੀਤੀ ਨਹੀਂ। ਲੋਕ ਹਸਪਤਾਲਾਂ ਦੇ ਵਿੱਚ ਬੈੱਡ ਨੂੰ ਲੱਭ ਰਹੇ ਨੇ, ਲੋਕ ਆਕਸੀਜਨ ਦੇ ਸਿਲੰਡਰ ਲੱਭ ਰਹੇ ਨੇ, ਲੋਕ ਵੈਸੇ ਹੀ ਇੰਨੇ ਜ਼ਿਆਦਾ ਡਰੇ ਹੋਏ ਨੇ ਵੀ ਪਤਾ ਨਹੀਂ ਜੇ ਮੈਨੂੰ ਹੋ ਗਿਆ, ਜਿਹਨੂੰ ਨਹੀਂ ਵੀ ਹੋਇਆ ਵੀ ਮੇਰੇ ਕੋਲ ਮੈਨੂੰ ਪਤਾ ਨਹੀਂ ਕੀ ਹੋ ਜਾਊਗਾ। ਉਹ ਸਾਰੀਆਂ ਗੱਲਾਂ ਦੇ ਲਈ ਪ੍ਰਬੰਧ ਕਿਹਨੇ ਕਰਨੇ ਸੀ? ਪ੍ਰਬੰਧ ਸਗੋਂ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਘਟ ਗਏ। ਪ੍ਰਬੰਧ ਜਿਹੜੇ ਆਰਜੀ ਕੀਤੇ ਸੀ ਪਿਛਲੇ ਸਾਲ ਦੇ ਵਿੱਚ ਉਹ ਵੀ ਤੋੜਤੇ, ਉਹ ਹਸਪਤਾਲ ਵੀ ਡਿਸਮੈਂਟਲ ਹੋ ਗਏ, ਬਾਕੀ ਚੀਜ਼ਾਂ ਹੋ ਗਈਆਂ। ਇਹਦਾ ਮਤਲਬ ਜੇ ਚੋਣ ਕਮਿਸ਼ਨ ਜ਼ਿੰਮੇਵਾਰ ਹੈ ਤਾਂ ਕੇਂਦਰ ਦੀ ਸਰਕਾਰ ਤੇ ਸੂਬਾਈ ਸਰਕਾਰਾਂ ਵੀ ਜ਼ਿੰਮੇਵਾਰ ਨੇ। ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਰੂਪ ਦੇ ਵਿੱਚ। ਇਸ ਕਰਕੇ ਮਦਰਾਸ ਹਾਈ ਕੋਰਟ ਦਾ ਜਿਹੜਾ ਇਹ ਟਿੱਪਣੀਆਂ ਨੇ, ਇਹ ਰਿਮਾਰਕਸ ਨੇ, ਇਹ ਕਾਫੀ ਗੰਭੀਰਤਾ ਨਾਲ ਲਏ ਜਾਣੇ ਚਾਹੀਦੇ ਨੇ। ਇਹ ਸਾਡੀ ਸੰਵਿਧਾਨਕ ਸੰਸਥਾਵਾਂ, ਸਿਆਸਤਦਾਨਾਂ, ਕਾਰਜਪਾਲਿਕਾ ਤੇ ਸਭ ਤੇ ਇੱਕ ਸਵਾਲ ਖੜਾ ਕਰਦੇ ਨੇ। ਪਰ ਜੇ ਇਦੋਂ ਪਹਿਲਾਂ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ 2 ਮਹੀਨੇ ਪਹਿਲਾਂ ਚੇਤ ਜਾਣ ਦੀਆਂ, ਸ਼ਾਇਦ ਇਦੋਂ ਵੀ ਜ਼ਿਆਦਾ ਕੋਈ ਫਾਇਦਾ ਹੋ ਜਾਂਦਾ, ਮਾੜਾ ਮੋਟਾ ਕੋਈ ਨਾ ਕੋਈ ਚੌਕਸੀ ਹੋ ਜਾਂਦੀ। ਖੈਰ ਦੇਰ ਆਏ ਦਰੁਸਤ ਆਏ, ਪਰ ਲੋਕਾਂ ਨੂੰ ਇਹਦੇ ਤੇ ਸੋਚਣਾ ਪਏਗਾ ਤੇ ਲੋਕਾਂ ਦੀ ਆਵਾਜ਼ ਦੇ ਨਾਲ ਹੀ ਜਿਹੜੀਆਂ ਕੋਰਟਾਂ ਦੇ ਫੈਸਲਿਆਂ ਦਾ ਕੋਈ ਅਸਰ ਹੋਏਗਾ ਤੇ ਲੋਕ ਰਾਏ ਵੀ ਬਣਨੀ ਚਾਹੀਦੀ ਇਸ ਮਾਮਲੇ ਤੇ। ਜੀ ਸਰ, ਦੇਸ਼ 'ਚ ਕਰੋਨਾ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਆ, ਹੈ ਨਾ। ਕਿ ਜਿਹੜੀ ਆਕਸੀਜਨ ਹੈ ਜਾਂ ਫਿਰ ਵੈਕਸੀਨੇਸ਼ਨ ਹੈ, ਇਹ ਮੁੱਦੇ ਤੇ ਕੇਂਦਰ ਤੇ ਰਾਜ ਸਰਕਾਰਾਂ ਵੀ ਟਕਰਾਅ ਦੀ ਸਥਿਤੀ 'ਚ ਹੈ। ਇਸ ਸਾਰੀ ਸਥਿਤੀ ਬਾਰੇ ਚਾਨਣਾ ਪਾਓ। ਬਿਲਕੁਲ, ਪਹਿਲਾਂ ਤਾਂ ਦੇਖੋ ਬਹੁਤ ਵੱਡੇ ਸਵਾਲ ਨੇ ਇਹ। ਕੇਂਦਰ ਸਰਕਾਰ ਨੇ ਪਹਿਲਾਂ ਕਿਹਾ ਕਿ ਅਸੀਂ ਫ੍ਰੀ ਵੈਕਸੀਨ ਦੇਵਾਂਗੇ ਸਾਰਿਆਂ ਨੂੰ, ਤੇ ਬਾਅਦ ਦੇ ਵਿੱਚ ਪਹਿਲਾਂ ਇਹ ਵੀ ਕਿਹਾ ਕੇਂਦਰ ਸਰਕਾਰ ਨੇ ਸਾਡੇ ਕੋਲ ਇੰਨੀ ਵੈਕਸੀਨ ਹੋ ਗਈ, ਅਸੀਂ ਵਿਦੇਸ਼ਾਂ ਨੂੰ ਵੀ ਦੇਵਾਂਗੇ, ਦੂਜੇ ਦੇਸ਼ਾਂ ਦੇ ਮਰੀਜ਼ਾਂ ਨੂੰ ਵੀ ਠੀਕ ਕਰਾਂਗੇ। ਬਾਅਦ ਦੇ ਵਿੱਚ ਉਹ ਫਰਾਡ ਨਿਕਲਿਆ ਵੀ ਸਾਨੂੰ ਤਾਂ ਬਾਹਰੋਂ ਮੰਗਾਉਣੀ ਪੈ ਰਹੀ ਹੈ, ਉਹਨੇ ਤਾਂ ਸਾਡੇ ਕੋਲ ਹੈ ਹੀ ਨਹੀਂ। ਦੂਜੀ ਗੱਲ ਫਿਰ ਇਹ ਤੁਸੀਂ ਇਹ ਕਹਿਤਾ ਕਿ ਅਸੀਂ ਤਾਂ ਕੇਵਲ 45 ਸਾਲ ਤੋਂ ਉੱਪਰ ਵਾਲਿਆਂ ਲਈ ਦੇਵਾਂਗੇ। ਜੇ 45 ਸਾਲ ਤੱਕ 18 ਤੋਂ 45 ਉਹ ਸੂਬਾ ਸਰਕਾਰਾਂ ਦੇਣ ਜਾਂ ਪ੍ਰਾਈਵੇਟ ਹਸਪਤਾਲ ਦੇਣ, ਫਿਰ ਉਹਦੀ ਕੀਮਤ ਦਾ ਬਹੁਤ ਵੱਡਾ ਫਰਕ ਹੈ। ਕੇਂਦਰ ਸਰਕਾਰ ਨੂੰ ਉਹੀ ਕੰਪਨੀ 150 ਰੁਪਏ ਦੀ ਡੋਜ਼ ਦੇਗੀ ਤੇ ਜਿਹੜੀ ਰਾਜ ਸਰਕਾਰ ਹੈ ਉਹਨੂੰ 400 ਰੁਪਏ ਦੀ ਦੇਗੀ, ਤੇ ਜਿਹੜਾ ਪ੍ਰਾਈਵੇਟ ਹਸਪਤਾਲ 'ਚ ਬੰਦਾ ਚਲਾ ਜਾਓ ਉਹਨੂੰ 600 ਰੁਪਏ ਦੀ ਦੇਗੀ। ਤੁਸੀਂ ਕਿੰਨਾ ਕੁ ਮਾਲ ਲਟਾਉਣਾ ਹੈ, ਕਿੰਨੀਆਂ ਕੁ ਲੋਕਾਂ ਦੇ ਜੇਬਾਂ ਦੀਆਂ ਮਤਲਬ ਖਾਲੀ ਕਰਨੀਆਂ ਨੇ। ਔਰ ਜੇਕਰ ਸਪੇਨ ਦੀ ਸਰਕਾਰ ਇਹ ਤੋਂ ਪਹਿਲਾਂ ਜਦੋਂ ਪਿਛਲੇ ਸਾਲ ਇਹ ਹੱਲਾ ਪਿਆ, ਉਹਨੇ ਸਾਰਾ ਮੈਡੀਕਲ ਢਾਂਚਾ ਪ੍ਰਾਈਵੇਟ ਵੀ ਨੈਸ਼ਨਲਾਈਜ਼ ਕਰਤਾ। ਹਰ ਪ੍ਰਾਈਵੇਟ ਹਸਪਤਾਲ ਤੋਂ ਲੈ ਕੇ ਸਭ ਨੂੰ ਕਹਿਤਾ ਕਿ ਹੁਣ ਤੋਂ ਇਹ ਸਰਕਾਰ ਦੇ ਕੰਟਰੋਲ 'ਚ ਨੇ, ਜਦੋਂ ਹਾਲਾਤ ਠੀਕ ਹੋ ਗਿਆ ਉਦੋਂ ਆਪਣਾ ਆਪਣਾ ਲੈ ਜਾਓ, ਹੁਣ ਇਹ ਸਾਡਾ ਆਰਡਰ ਚੱਲੇਗਾ। ਸਾਡੀ ਸਰਕਾਰ ਇਹੋ ਜਿਹਾ ਕੁਝ ਨਹੀਂ ਕਰ ਰਹੀ। ਲੋਕ ਤੁਸੀਂ ਦੇਖੋ ਕਿ ਸੜਕਾਂ ਤੇ ਪਏ ਨੇ, ਕੋਈ ਗੁਰਦੁਆਰੇ ਦੇ ਮੂਹਰੇ ਪਿਆ ਆਕਸੀਜਨ ਲਵਾਉਣ ਨੂੰ, ਕੋਈ ਕਿਤੇ ਕੋਈ ਕਿਤੇ। ਇਹਨਾਂ ਨੂੰ ਇਹ ਵੀ ਨਹੀਂ ਪਤਾ ਟੋਟਲੀ ਕਿ ਸਾਡੇ ਕੋਲ ਕਿੰਨੀ ਆਕਸੀਜਨ ਹੈ। ਇਹ ਵੀ ਨਹੀਂ ਪਤਾ ਕਿ ਆਕਸੀਜਨ ਕਿਵੇਂ ਕਿੱਧਰ ਨੂੰ ਜਾਂਦੀ ਹੈ। ਕੋਈ ਕਹਿੰਦਾ ਜੀ ਟੈਂਕਰ ਰਸਤੇ 'ਚ ਲੁੱਟ ਲਿਆ, ਕੋਈ ਕਹਿੰਦਾ ਕੁਛ ਕਰ ਲਿਆ। ਇਹਦਾ ਮਤਲਬ ਇੰਨਾ ਜ਼ਿਆਦਾ ਕਨਫਿਊਜ਼ਨ ਹੈ, ਇੰਨੀ ਜ਼ਿਆਦਾ ਉਲਝਣ ਹੈ, ਅਜੇ ਤੱਕ ਕੋਈ ਫੈਸਲਾ ਹੀ ਨਹੀਂ ਹੋ ਰਿਹਾ। ਫਿਰ ਵੈਕਸੀਨ ਲਾਉਣ ਦਾ ਸਵਾਲ ਹੈ। ਅੱਜ 4 ਜਿਹੜੀਆਂ ਗੈਰ ਭਾਜਪਾ ਸ਼ਾਸਨ ਵਾਲੀਆਂ ਸਰਕਾਰਾਂ ਨੇ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਰ ਹੀ ਨਹੀਂ ਸਕਦੇ। ਹੁਣ ਤੁਸੀਂ ਇਹ ਕਹਿਤਾ ਕਿ ਤੁਸੀਂ ਵੈਕਸੀਨ ਖਰੀਦ ਲਓ। ਉਹ ਕਹਿੰਦੇ ਵੈਕਸੀਨ ਦੇ ਕੋਟੇ ਤੇ ਪੂਰੀ ਜਿਹੜਾ ਕਬਜ਼ਾ ਹੈ ਉਹ ਕੇਂਦਰ ਸਰਕਾਰ ਦਾ, ਤੇ ਅਸੀਂ ਕਿੱਥੋਂ ਲੈ ਲਾਂਗੇ? ਸਾਡੇ ਕੋਲ ਤਾਂ ਆਏਗੀ ਉਹਨੇ ਵੈਕਸੀਨ, ਅਸੀਂ ਲਾ ਕਿੱਥੋਂ ਦੇਵਾਂਗੇ 1 ਮਈ ਤੋਂ? ਇਸ ਕਰਕੇ ਅਸੀਂ ਨਹੀਂ ਇਹ ਲਾ ਸਕਦੇ। ਇਹਦੇ ਵਾਸਤੇ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਇੱਕ ਤਾਂ ਵਿਕੇਂਦਰਤ ਕੰਮ ਹੋਣਾ ਚਾਹੀਦਾ, ਜਿੰਨਾ ਹੋਵੇ ਸੈਂਟਰਲਾਈਜੇਸ਼ਨ ਦੀ ਬਜਾਏ, ਕੇਂਦਰੀਕਰਨ ਦੀ ਬਜਾਏ। ਦੂਜਾ, ਨਾ ਕੇਵਲ ਸਰਕਾਰਾਂ ਤੱਕ ਬਲਕਿ ਹੇਠ ਲੈਵਲ ਦੀਆਂ ਸੰਸਥਾਵਾਂ ਵੀ, ਚਾਹੇ ਉਹ ਨਗਰ ਪਾਲਿਕਾ ਹੈ, ਚਾਹੇ ਉਹ ਪੰਚਾਇਤੀ ਰਾਜ ਹੈ, ਚਾਹੇ ਉਹ ਬਾਕੀ ਨੇ,
ਉਹਨਾਂ ਤੱਕ ਨੂੰ ਨਾਲ ਇਨਵੋਲਵ ਕਰਨਾ ਪਏਗਾ। ਉਹਨਾਂ ਨੂੰ ਇਨਵੋਲਵ ਕਰਦੇ ਹੋ ਜਦੋਂ ਤੁਸੀਂ, ਤਾਂ ਇੱਕ ਉਹਨਾਂ 'ਚ ਭਰੋਸਾ ਪੈਦਾ ਹੁੰਦਾ ਹੈ ਕਿ ਅਸੀਂ ਵੀ ਇਸ ਦਾ ਹਿੱਸਾ। ਨਹੀਂ ਤਾਂ ਜਿਸ ਲੈਵਲ ਦੀ ਬੇਚੈਨੀ ਪੈਦਾ ਹੋ ਰਹੀ ਹੈ, ਲਾਕਡਾਊਨ ਵੱਡੇ ਪੱਧਰ ਤੇ ਲੱਗ ਰਹੇ ਨੇ, ਕਰਨਾਟਕਾ ਦੇ ਵਿੱਚ ਲੱਗ ਰਿਹਾ, 3 ਮਈ ਤੱਕ ਇੱਥੇ ਵਧਾਤਾ, 2 ਹਫ਼ਤਿਆਂ ਦਾ ਕਰਨਾਟਕਾ ਚਲਾਤਾ, ਸਾਡੇ ਲੱਗ ਰਿਹਾ। ਉਹਦੇ ਨਾਲ ਕੀ ਹੋਣਾ ਹੈ? ਉਹਦੇ ਨਾਲ ਇਕੱਲਾ ਜਿਹੜੇ ਇਹ ਬੰਦੇ ਤਾਂ ਮਰਨਗੇ ਜਿਹੜੇ ਇਸ ਨਾਲ, ਉਹ ਸ਼ਾਇਦ ਘੱਟ ਮਰਨ ਇਦੋਂ ਪਹਿਲਾਂ ਵੀ, ਤੇ ਭੁੱਖ ਨਾਲ ਉਦੋਂ ਜ਼ਿਆਦਾ ਬੰਦੇ ਮਰਨਾ ਸ਼ੁਰੂ ਹੋ ਜਾਣਗੇ, ਕਿਉਂਕਿ ਲੋਕਾਂ ਦੀ ਰੋਜੀ ਰੋਟੀ ਚਲੀ ਜਾਂਦੀ ਹੈ, ਲੋਕਾਂ ਦੇ ਕੋਲ ਖਾਣ ਨੂੰ ਬਿਲਕੁਲ ਕੋਈ ਗੱਲ ਨਹੀਂ ਹੁੰਦੀ, ਮਤਲਬ ਅਨਾਜ ਨਹੀਂ ਉਹਨੇ ਜੋਗਾ ਹੁੰਦਾ ਜਿਹੜੇ ਗਰੀਬ ਆਦਮੀ ਨੇ। ਪ੍ਰਵਾਸੀ ਮਜ਼ਦੂਰਾਂ ਤੇ ਉਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ, ਕਿਉਂਕਿ ਉਹਨਾਂ ਨੇ ਸ਼ਹਿਰ ਦੇ ਵਿੱਚ ਮਕਾਨ ਦਾ ਕਿਰਾਇਆ ਵੀ ਦੇਣਾ ਹੈ, ਰੋਟੀ ਵੀ ਖਾਣੀ ਹੈ, ਇਸ ਲਈ ਉਹ ਵਾਪਸ ਵੀ ਜਾਣ ਲੱਗ ਗਏ ਆਪੋ ਆਪਣੇ ਘਰਾਂ ਨੂੰ। ਇਸ ਕਰਕੇ ਬਹੁਤ ਵੱਡਾ ਇੱਕ ਇਨਸਾਨੀ ਤੇ ਮਾਨਵੀ ਸੰਕਟ ਹੈ। ਜਿੱਡਾ ਵੱਡਾ ਇਹ ਮਾਨਵੀ ਸੰਕਟ ਹੈ, ਓਡਾ ਵੱਡਾ ਸਾਡੇ ਦਿਲ ਜਿਹੜਾ ਸਾਡੇ ਹੁਕਮਰਾਨਾਂ ਦਾ ਨਹੀਂ ਹੈ। ਸਾਡੇ ਹੁਕਮਰਾਨ ਅਜੇ ਵੀ ਤਾਕਤ 'ਚ ਤੇ ਹੰਕਾਰ 'ਚ ਉਹਨਾਂ ਨੂੰ ਗ੍ਰਿਫਤ 'ਚ ਲਿਆ ਹੋਇਆ। ਤੇ ਇਸ ਮਾਮਲੇ ਦੇ ਵਿੱਚ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਹੰਕਾਰ ਛੱਡ ਕੇ, ਬਾਕੀ ਚੀਜ਼ਾਂ ਛੱਡ ਕੇ, ਸਾਰੇ ਲੋਕਾਂ ਦੀ ਇੱਕ ਸਹਿਮਤੀ ਬਣਾ ਕੇ ਇਸ ਦੇ ਖਿਲਾਫ ਕੋਈ ਲੜਾਈ ਲੜਨ ਦੀ ਲੋੜ ਹੈ ਜਿਹੜੀ ਵੀ ਹੈ। ਨਹੀਂ ਤਾਂ ਇੱਕ ਵਾਧੂ ਦਾ ਡਰ ਵੀ ਪੈਦਾ ਕਰਨ ਦੀ ਲੋੜ ਨਹੀਂ ਹੈ। ਜਿਹੜਾ ਡਰ ਤੇ ਸਹਿਮ ਪੈਦਾ ਕੀਤਾ ਜਾ ਰਿਹਾ ਉਹ ਸ਼ਾਇਦ ਜ਼ਿਆਦਾ ਲੋਕਾਂ ਦੇ ਅੰਦਰ ਬੇਚੈਨੀ ਕਰ ਰਿਹਾ। ਇਹਦੀ ਬਜਾਏ ਜਾਗਰੂਕਤਾ ਤੇ ਠਰਮਾ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਡਰ ਦੀ ਬਜਾਏ, ਤਾਂ ਜਾ ਕੇ ਕੋਈ ਨਾ ਕੋਈ ਹੱਲ ਹੋਏਗਾ। ਨਹੀਂ ਤਾਂ ਨਾਕਾਮਯਾਬ ਹੁਕਮਰਾਨ ਸਾਡੇ ਸਾਹਮਣੇ ਦਿਖਾਈ ਦੇ ਰਹੇ। ਤੇ ਜੇ ਇਹੋ ਜਿਹੀ ਹਫੜਾ ਦਫੜੀ ਹੁੰਦੀ ਹੈ ਤਾਂ ਸਰਕਾਰ ਨਾਂ ਦੀ ਚੀਜ਼ ਨਹੀਂ। ਸਰਕਾਰ ਪ੍ਰਧਾਨ ਮੰਤਰੀ ਹੈ, ਮੁੱਖ ਮੰਤਰੀ ਹੈ, ਜਾਂ ਕੋਈ ਅਫਸਰ ਹੈਗੇ ਨੇ, ਉਹ ਬੈਠੇ ਰਹਿਣ ਦਫ਼ਤਰਾਂ 'ਚ, ਪਰ ਲੋਕਾਂ ਲਈ ਤਾਂ ਕੋਈ ਅਫਸਰ ਨਹੀਂ ਤੇ ਨਾ ਪ੍ਰਧਾਨ ਮੰਤਰੀ ਹੈ। ਫਿਰ ਜੇਕਰ ਉਹਨਾਂ ਲਈ ਉਹ ਸੁਵਿਧਾ ਦਾ ਮਤਲਬ ਮੌਕੇ ਮੁਤਾਬਕ ਉਹਦੇ ਕੋਲ ਇਲਾਜ ਨਹੀਂ ਹੈ, ਜਾਂ ਉਹਦੇ ਲਈ ਕੋਈ ਨਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿੱਥੇ ਉਹ ਭਰੋਸਾ ਕਰ ਸਕੇ। ਜੀ, ਧੰਨਵਾਦ ਸਰ। ਸੋ ਦੋਸਤੋ, ਅਸੀਂ ਸੁਣਿਆ ਹੀ ਹੈ ਕਿ ਦੇਸ਼ ਇਸ ਸਮੇਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਹੋਏਗਾ ਤੇ ਸਰਕਾਰ ਆਕੜ ਛੱਡ ਕੇ ਆਮ ਲੋਕਾਂ ਬਾਰੇ ਸੋਚੇਗੀ। ਭਲਕੇ ਅਸੀਂ ਫੇਰ ਨਵੇਂ ਵਿਸ਼ੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।